ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ ਵਰਗੇ ਦੋਸਤੋ। ਮੈਂ ਸੁਰਿੰਦਰ ਮਚਾਕੀ ਤੁਹਾਡਾ ਸਵਾਗਤ ਕਰਦਾ ਹਾਂ ਸੁਰਿੰਦਰ ਮਚਾਕੀ ਲਾਈਵ ਪਰਤ ਦਰ ਪਰਤ ਵਿੱਚ। ਅੱਜ 8 ਤਰੀਕ ਹੈ ਅਤੇ ਅੱਜ ਮੁਲਕ ਦੇ ਵਿੱਚ ਅਨਲਾਕਡਾਊਨ 2 ਫੇਜ਼ ਸ਼ੁਰੂ ਹੋ ਚੁੱਕਿਆ। ਔਰ ਜਦੋਂ ਅਨਲਾਕਡਾਊਨ ਜਾਂ ਤਾਲਾਬੰਦੀ ਖੋਲ੍ਹਣ ਦਾ ਦੂਜਾ ਦੌਰ ਮੁਲਕ ਭਰ ਵਿੱਚ ਸ਼ੁਰੂ ਹੋ ਚੁੱਕਿਆ ਤਾਂ ਨਜ਼ਰ ਮਾਰਦੇ ਹਾਂ ਮੁਲਕ ਦੇ ਵਿੱਚ ਕਰੋਨਾ ਵਾਇਰਸ ਦੀ ਅਪਡੇਟ ਸਥਿਤੀ ਕੀ ਹੈ। ਅੱਜ ਸਵੇਰ ਦੇ ਅੰਕੜਿਆਂ ਦੇ ਮੁਤਾਬਕ ਮੁਲਕ ਭਰ ਵਿੱਚ 2,56,611 ਕਰੋਨਾ ਵਾਇਰਸ ਦੇ ਮਰੀਜ਼ ਨੇ ਔਰ ਇਹਨਾਂ ਵਿੱਚੋਂ 7135 ਦੀ ਮੌਤ ਹੋ ਚੁੱਕੀ ਹੈ ਅਤੇ ਲੰਘੇ 24 ਘੰਟਿਆਂ ਦੇ ਵਿੱਚ 9983 ਨਵੇਂ ਮਰੀਜ਼ ਦਾਖਲ ਹੋਏ ਨੇ ਔਰ 2006 ਦੀਆਂ ਮੌਤਾਂ ਕੱਲ੍ਹ ਹੀ ਹੋਈਆਂ। ਔਰ ਠੀਕ ਹੋਏ ਮਰੀਜ਼ਾਂ 'ਤੇ ਨਿਗਾਹ ਮਾਰੀਏ ਤਾਂ 1,24,095 ਹਨ। ਪੰਜਾਬ ਦੇ ਵਿੱਚ ਇਹ ਅੰਕੜਾ 2608 ਦੇ ਬੋਲਦਾ ਹੈ ਔਰ 51 ਮੌਤਾਂ ਨੇ। ਔਰ ਇਸ ਦਰਮਿਆਨ ਕੇਂਦਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਮੁਲਕ ਭਰ ਦੇ ਵਿੱਚ ਤਾਲਾਬੰਦੀ ਖੋਲ੍ਹਣ ਦਾ ਦੂਜਾ ਦੌਰ ਸ਼ੁਰੂ ਹੋ ਗਿਆ ਔਰ ਇਸ ਦੌਰ ਦੇ ਵਿੱਚ ਅੱਜ ਧਾਰਮਿਕ ਸਥਾਨ, ਹੋਟਲ ਅਤੇ ਸ਼ਾਪਿੰਗ ਮਾਲ ਖੋਲ੍ਹ ਦਿੱਤੇ ਨੇ ਔਰ ਯਕੀਨਨ ਰੂਪ ਦੇ ਵਿੱਚ ਅੱਜ ਮੁਲਕ ਭਰ ਦੇ ਵਿੱਚ ਆਵਾਜਾਈ ਹੋਰ ਵੱਧ ਗਈ ਹੈ। ਗਲੀਆਂ ਬਾਜ਼ਾਰਾਂ ਵਿੱਚ ਭੀੜ ਭੜੱਕਾ, ਰੌਣਕ ਹੋਰ ਵੱਧ ਗਈ ਹੈ। ਜਦੋਂ ਤੋਂ ਕਰੋਨਾ ਵਾਇਰਸ ਮਹਾਂਮਾਰੀ ਦਾ ਦੌਰ ਸ਼ੁਰੂ ਹੋਇਆ ਉਦੋਂ ਇਹ ਭਾਵੇਂ ਮਿਥ ਲਿਆ ਗਿਆ ਸੀ ਕਿ ਤਾਲਾਬੰਦੀ ਜਾਂ ਲਾਕਡਾਊਨ ਕੁਝ ਦਿਨਾਂ ਤੱਕ ਸੀਮਿਤ ਰਹੇਗਾ, ਉਸ ਤੋਂ ਬਾਅਦ ਸਥਿਤੀ ਸਾਰੀ ਨਾਰਮਲ ਹੋ ਜਾਏਗੀ, ਕਰੋਨਾ ਵਾਇਰਸ 'ਤੇ ਕਾਬੂ ਪਾ ਲਿਆ ਜਾਏਗਾ। ਬੜੀ ਜਲਦੀ ਹਕੀਕਤ ਮੁਲਕ ਦੇ ਹਾਕਮਾਂ, ਵਿਗਿਆਨੀਆਂ ਸਭ ਨੇ ਸਵੀਕਾਰ ਕਰ ਲਈ ਕਿ ਜਿਸ ਕਰੋਨਾ 'ਤੇ ਅਸੀਂ ਕਰੋਨਾ ਸੰਗ ਲੜ ਕੇ ਉਹਨੂੰ ਕਾਬੂ ਕਰਨ ਦੀ ਗੱਲ ਕਰਦੇ ਸਾਂ, ਦਰਅਸਲ ਉਸੇ ਕਰੋਨਾ ਸੰਗ ਹੁਣ ਸਾਨੂੰ ਜੀਣਾ ਪੈਣਾ। ਔਰ 2 ਇਸ਼ੂ ਉੱਭਰ ਕੇ ਸਾਹਮਣੇ ਆਏ ਸੀ, ਜਾਨ ਹੈ ਤਾਂ ਜਹਾਨ ਹੈ, ਅਤੇ ਹੁਣ ਇਹਦੇ ਨਾਲ ਜੁੜ ਗਿਆ ਜਾਨ ਅਤੇ ਜਹਾਨ ਲਈ ਆਰਥਿਕ ਗਤੀਵਿਧੀਆਂ ਜੋ ਰੁਕੀਆਂ ਹੋਈਆਂ ਸੀ ਉਹਨਾਂ ਨੂੰ ਚਾਲੂ ਕਰਨਾ ਜ਼ਰੂਰੀ ਹੈ। ਮੁਲਕ ਦੀ ਆਰਥਿਕਤਾ ਦੇ ਵਿੱਚ ਜੋ ਖੜੋਤ ਸੀ ਉਹਨੂੰ ਤੋੜਨ ਲਈ, ਅਰਥਚਾਰੇ 'ਚ ਜਾਨ ਪਾਉਣ ਲਈ ਜਿਹੜੀ ਤਾਲਾਬੰਦੀ ਹੈ ਉਹ ਖੋਲ੍ਹਣੀ ਜ਼ਰੂਰੀ ਹੈ। ਇਸ ਕਰਕੇ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਪੜਾਅ ਦਰ ਪੜਾਅ ਤਾਲਾਬੰਦੀ ਖੋਲ੍ਹਣ ਦਾ ਫੈਸਲਾ ਲਿਆ। ਪਹਿਲਾ ਦੌਰ 1 ਜੂਨ ਤੋਂ ਲਾਗੂ ਹੋਇਆ, ਅੱਜ 8 ਜੂਨ ਤੋਂ ਦੂਜਾ ਦੌਰ ਲਾਗੂ ਹੋ ਗਿਆ, ਜਿਹਦੇ ਵਿੱਚੋਂ ਧਾਰਮਿਕ ਸਥਾਨ, ਸਮੁੱਚੇ ਹੋਟਲ ਅਤੇ ਸ਼ਾਪਿੰਗ ਮਾਲ ਵਗੈਰਾ ਖੋਲ੍ਹ ਦਿੱਤੇ ਗਏ ਨੇ ਔਰ ਇਹਦੇ ਵਿੱਚ ਕੁਛ ਬੰਦਸ਼ਾਂ ਵੀ ਲਾਗੂ ਕੀਤੀਆਂ ਨੇ। ਬੰਦਸ਼ਾਂ ਕਿੰਨੀਆਂ ਕੁ ਅਮਲ ਦੇ ਵਿੱਚ ਲਾਗੂ ਰਹਿੰਦੀਆਂ ਨੇ ਇਹ ਬਾਅਦ ਦੀ ਗੱਲ ਹੈ। ਆਰਥਿਕ ਤੌਰ 'ਤੇ ਸ਼ਾਪਿੰਗ ਮਾਲ ਖੁੱਲ੍ਹਣੇ ਜ਼ਰੂਰੀ ਨੇ, ਆਰਥਿਕ ਤੌਰ 'ਤੇ ਹੋਟਲ ਵੀ ਖੁੱਲ੍ਹਣੇ ਜ਼ਰੂਰੀ ਨੇ। ਦੂਜੇ ਰੂਪ ਦੇ ਵਿੱਚ ਮਨੁੱਖ ਦੀਆਂ ਗਤੀਵਿਧੀਆਂ ਨੂੰ ਸੰਚਾਲਨ ਕਰਨ ਵਾਸਤੇ, ਆਰਥਿਕ ਜਿਹੜੀ ਹੈ ਖੜੋਤ ਤੋੜਨ ਵਾਸਤੇ ਇਹ ਸਭ ਕੁਝ ਜ਼ਰੂਰੀ ਹੈ। ਆਰਥਿਕਤਾ ਦਾ ਦਰ ਖੋਲ੍ਹਣ ਲਈ ਹੋਟਲ ਖੋਲ੍ਹਣੇ ਜ਼ਰੂਰੀ ਹੈ, ਬਾਜ਼ਾਰ ਖੋਲ੍ਹਣੇ ਜ਼ਰੂਰੀ ਹੈ, ਸ਼ਾਪਿੰਗ ਮਾਲ ਖੋਲ੍ਹਣੇ ਜ਼ਰੂਰੀ ਹੈ। ਔਰ ਦੂਜੇ ਪਾਸੇ ਧਾਰਮਿਕ ਸਥਾਨ ਵਾਕਈ ਆਰਥਿਕ ਤੌਰ ਦੇ ਉੱਤੇ ਖੋਲ੍ਹਣੇ ਜ਼ਰੂਰੀ ਹੈ ਜਾਂ ਧਾਰਮਿਕ ਸਥਾਨਾਂ ਦੀ ਆਰਥਿਕਤਾ ਬਹਾਲ ਕਰਨ ਲਈ ਖੋਲ੍ਹਣੇ ਜ਼ਰੂਰੀ ਹੈ। ਇਹ ਸਵਾਲ ਕਿਤੇ ਨਾ ਕਿਤੇ ਮਨ ਵਿੱਚ ਆਉਂਦਾ ਹੈ। ਜਿੱਥੋਂ ਤੱਕ ਧਾਰਮਿਕ ਸਥਾਨਾਂ ਦਾ ਸਵਾਲ ਹੈ,
ਗਿਰਜਾ ਘਰ ਗੋਆ ਸਮੇਤ ਹੋਰ ਜਿੱਥੇ ਈਸਾਈ ਬਰਾਦਰੀ ਸਭ ਤੋਂ ਵੱਧ ਗਿਣਤੀ ਵਿੱਚ ਵਸ ਰਹੀ ਹੈ, ਉਹ 30 ਜੂਨ ਤੱਕ ਨਹੀਂ ਖੋਲ੍ਹੇ ਗਏ। ਫੈਸਲਾ ਲਿਆ ਗਿਆ ਉਹਨਾਂ ਵੱਲੋਂ ਕਿ 30 ਜੂਨ ਤੱਕ ਇਹ ਗਿਰਜਾ ਘਰ ਬੰਦ ਰਹਿਣਗੇ। ਇਸੇ ਤਰ੍ਹਾਂ ਮਸਜਿਦ ਮਸੀਤਾਂ ਵਾਸਤੇ ਵੀ ਕੁਝ ਫੈਸਲੇ ਲਏ ਗਏ ਨੇ। ਜਿਹੜੇ ਹਿੰਦੂ ਆਸਥਾ ਜਾਂ ਸਿੱਖ ਆਸਥਾ ਨਾਲ ਸੰਬੰਧਿਤ ਧਾਰਮਿਕ ਅਦਾਰੇ ਨੇ, ਉਹ ਅੱਜ ਖੁੱਲ੍ਹ ਗਏ ਨੇ। ਇਹਨਾਂ ਵਿੱਚ ਜਿਹੜੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਨੇ, ਉਹਨਾਂ ਅਨੁਸਾਰ ਕਿ ਇਹਨਾਂ ਧਾਰਮਿਕ ਸਥਾਨਾਂ ਦੇ ਵਿੱਚ ਮਾਸਕ ਔਰ ਦੇਹ ਦੂਰੀ, ਸਰੀਰਕ ਦੂਰੀ ਜਿਹੜੀ ਹੈਗੀ ਹੈ ਉਹ ਕਾਇਮ ਰੱਖਣੀ ਜ਼ਰੂਰੀ ਹੈ। ਭੀੜ ਭੜੱਕਾ ਨਹੀਂ ਹੋਣ ਦੇਣਾ, ਔਰ ਨਾਲ ਹੀ ਜਿੱਥੇ ਧਾਰਮਿਕ ਸਥਾਨਾਂ ਦੇ ਵਿੱਚ ਘੰਟਾ ਖੜਕਾਉਣ ਦੀ ਰਵਾਇਤ ਹੈ, ਰਸਮ ਹੈ, ਉਹ ਨਹੀਂ ਪੂਰੀ ਹੋਣੀ। ਮੂਰਤੀ ਨੂੰ ਛੂਹ ਨਹੀਂ ਸਕਣਾ, ਮੂਰਤੀ ਨੂੰ ਹੱਥ ਨਹੀਂ ਲਾ ਸਕਣਾ, ਔਰ ਨਾ ਹੀ ਇਹਨਾਂ ਧਾਰਮਿਕ ਸਥਾਨਾਂ ਦੇ ਵਿੱਚ ਪ੍ਰਸ਼ਾਦ ਚੜ੍ਹਾਇਆ ਜਾ ਸਕਣਾ, ਨਾ ਪ੍ਰਸ਼ਾਦ ਲਿਆ ਜਾ ਸਕਣਾ, ਅਤੇ ਲੰਗਰ ਵੀ ਵੰਡਣ ਦੀ ਮਨਾਹੀ ਹੈ। ਇਹਦੇ ਵਿੱਚ ਹੁਣ ਕਿਉਂਕਿ ਇਹ ਕਈ ਧਾਰਮਿਕ ਸਥਾਨਾਂ ਦੇ, ਜਿਵੇਂ ਗੁਰਦੁਆਰਿਆਂ ਦੇ ਵਿੱਚ ਇਹ ਪ੍ਰਥਾ ਪ੍ਰਸ਼ਾਦ ਵੰਡਣ ਦੀ ਔਰ ਲੰਗਰ ਛਕਣ ਦੀ, ਪੰਗਤਾਂ ਦੇ ਵਿੱਚ ਬੈਠ ਕੇ ਪ੍ਰਥਾ ਹੈ। ਕਈ ਮੰਦਰਾਂ ਦੇ ਵਿੱਚ ਪ੍ਰਸ਼ਾਦ ਚੜ੍ਹਾਇਆ ਜਾਂਦਾ ਔਰ ਉਸੇ ਪ੍ਰਸ਼ਾਦ 'ਚੋਂ ਵੰਡਿਆ ਜਾਂਦਾ। ਕੁਝ ਧਾਰਮਿਕ ਸਥਾਨਾਂ ਵੱਲੋਂ ਇਸ ਗੱਲ 'ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਕਿ ਜਦੋਂ ਪ੍ਰਸ਼ਾਦ ਚੜ੍ਹਾਇਆ ਨਹੀਂ ਜਾਏਗਾ, ਵੰਡਿਆ ਨਹੀਂ ਜਾਏਗਾ, ਫਿਰ ਜਿਹੜੇ ਇਸ ਤਰ੍ਹਾਂ ਦੀ ਆਸਥਾ ਰੱਖਦੇ ਨੇ, ਉਹਨਾਂ ਦੀ ਆਸਥਾ ਪੂਰੀ ਨਹੀਂ ਹੋਏਗੀ ਜਾਂ ਉਹਨਾਂ ਦੀ ਆਸਥਾ ਦਾ ਖਿਆਲ ਨਹੀਂ ਰੱਖਿਆ ਜਾਏਗਾ। ਇਸੇ ਤਰ੍ਹਾਂ ਗੁਰਦੁਆਰਿਆਂ ਦੇ ਸੰਬੰਧ ਵਿੱਚ ਵੀ ਕਿਹਾ ਜਾ ਰਿਹਾ ਕਿ ਪ੍ਰਸ਼ਾਦ ਵੰਡਣਾ ਇੱਕ ਪੁਰਾਣੀ ਰੋਹ ਰੀਤ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਪ੍ਰਥਾ ਦਾ ਸਵਾਲ ਹੈ। ਇਸੇ ਤਰ੍ਹਾਂ ਲੰਗਰ ਵੰਡਦਾ। ਦੂਜੇ ਪਾਸੇ ਕਿਉਂਕਿ ਕੇਂਦਰ ਸਰਕਾਰ ਦੀਆਂ ਜੋ ਗਾਈਡਲਾਈਨਸ ਨੇ, ਜੋ ਪੰਜਾਬ ਸਰਕਾਰ ਦੀਆਂ ਗਾਈਡਲਾਈਨਸ ਨੇ, ਉਹਨਾਂ ਮੁਤਾਬਕ ਇਹ ਕਿਹਾ ਗਿਆ ਕਿ ਇਹ ਕਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਬੇਹੱਦ ਲਾਜ਼ਮੀ ਹੈ, ਕਿਉਂਕਿ ਜਿਹੜੀ ਕਮਿਊਨਿਟੀ ਡਿਜ਼ੀਜ਼ ਦਾ ਸਪਰੈਡ ਹੋਣ ਦਾ ਖਤਰਾ ਵੱਧ ਗਿਆ। ਦੂਜੇ ਪਾਸੇ ਮੈਂ ਕੱਲ੍ਹ ਇੱਕ ਡਿਬੇਟ ਸੁਣ ਲਿਆ ਸੀ, ਉਹਦੇ 'ਚ ਮਾਤਾ ਚਿੰਤਾਪੁਰਨੀ ਦੇ ਜਿਹੜੇ ਪੁਜਾਰੀ ਸ਼ਾਮਲ ਹੋਏ, ਉਹ ਕਹਿ ਰਹੇ ਸੀ ਕਿ ਸਾਡੇ ਇੱਥੇ ਲੰਗਰ ਬਣ ਰਿਹਾ ਔਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਦੇ ਵਿੱਚ ਲੰਗਰ ਤਿਆਰ ਕੀਤਾ ਜਾ ਰਿਹਾ, ਲੰਗਰ ਵੰਡਿਆ ਜਾ ਰਿਹਾ, ਅਤੇ ਉਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਇਹ ਹਦਾਇਤ ਕੀਤੀ ਗਈ ਹੈ ਕਿ ਇੱਥੇ ਲੰਗਰ ਬਣਾਉਣ ਅਤੇ ਵੰਡਣ ਦੀ ਮਨਾਹੀ ਹੈ। ਉਹਨਾਂ ਨੇ ਸਵਾਲ ਕੀਤਾ ਕਿ ਜੇ ਪਿਛਲੇ ਸਮੇਂ ਦੇ ਵਿੱਚ ਲੰਗਰ ਵੰਡਿਆ ਬਣਾਇਆ ਜਾ ਰਿਹਾ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ ਹੇਠਾਂ, ਤਾਂ ਫਿਰ ਹੁਣ ਕੀ ਦਿੱਕਤ ਹੋ ਸਕਦੀ ਹੈ। ਇਸੇ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਪਹਿਲੇ, ਦੂਜੇ, ਤੀਜੇ ਫੇਜ਼ ਤੱਕ ਜਿੱਥੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੱਕਿਆ ਪਕਾਇਆ ਲੰਗਰ ਵੰਡਿਆ ਗਿਆ, ਰਾਸ਼ਨ ਵੰਡਿਆ ਗਿਆ, ਉੱਥੇ ਗੁਰਦੁਆਰਾ ਮੰਦਰਾਂ ਦੇ ਵਿੱਚੋਂ ਵੀ ਲੰਗਰ ਤਿਆਰ ਹੋ ਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ ਹੇਠਾਂ ਸੰਗਤਾਂ ਨੂੰ ਬਣਾਇਆ ਗਿਆ। ਜੇ ਉਦੋਂ ਸਾਰੇ ਸੇਫਟੀ ਮੇਜਰਮੈਂਟ ਧਿਆਨ ਵਿੱਚ ਰੱਖਦੇ ਹੋਏ ਲੰਗਰ ਤਿਆਰ ਕੀਤਾ ਜਾ ਸਕਦਾ ਅਤੇ ਲੰਗਰ ਵੰਡਿਆ ਜਾ ਸਕਦਾ, ਹੁਣ ਕਿਉਂ ਨਹੀਂ? ਇਹ ਸਾਰੇ ਜਿਹੜੇ ਸਵਾਲ ਖੜ੍ਹੇ ਹੋਏ ਨੇ, ਕਿਉਂਕਿ ਜਦੋਂ ਅਸੀਂ ਆਸਥਾ ਦੀ ਗੱਲ ਕਰਦੇ ਹਾਂ, ਆਸਥਾ ਨਾਲ ਕੁਝ ਜੁੜੀਆਂ ਹੋਈਆਂ ਰਸਮਾਂ ਰਵਾਇਤਾਂ ਸਾਡੇ ਆਸਥਾ ਦਾ ਅੰਗ ਸਮਝੀਆਂ ਜਾਂਦੀਆਂ, ਔਰ ਇਹ ਜ਼ਰੂਰੀ ਨਹੀਂ ਹੈ ਕਿ ਕੋਈ ਵੀ ਨੀਤੀ ਜਿਹੜੀ ਏਸੀ ਰੂਮ 'ਚ ਬੈਠ ਕੇ ਬਿਊਰੋਕਰੇਟਿਕ ਵੱਲੋਂ ਬਣਾਈ ਜਾਵੇ, ਉਹ ਲੋਕ ਮਾਨਸਿਕਤਾ ਦੇ ਅਨੁਸਾਰ ਹੋਵੇ, ਲੋਕ ਰੋਹ ਰੁੱਤਾਂ ਦੇ ਅਨੁਸਾਰ ਹੋਵੇ। ਇਸ ਜਿਹੜੀ ਹੈਗੀ ਆ ਧਾਰਮਿਕ ਸੰਸਥਾਵਾਂ ਬਾਰੇ ਵੀ ਇਹ ਗੱਲ ਲਾਗੂ ਹੁੰਦੀ ਹੈ। ਹਾਲਾਂਕਿ ਇਹ ਡਿਬੇਟ ਦਾ ਵਿਸ਼ਾ ਅਪਵਾਦ ਹੈ ਕਿ ਜਦੋਂ ਸਕੂਲ ਬੰਦ ਨੇ, ਕਾਲਜ ਬੰਦ ਨੇ, ਯੂਨੀਵਰਸਿਟੀਆਂ ਬੰਦ ਨੇ, ਅਤੇ ਫਿਰ ਜਿਹੜੇ ਧਾਰਮਿਕ ਅਦਾਰੇ, ਧਾਰਮਿਕ ਸਥਾਨ, ਗੁਰਦੁਆਰੇ, ਮੰਦਰ ਕੀ ਵਾਕਈ ਖੋਲ੍ਹਣੇ ਜ਼ਰੂਰੀ ਸਨ, ਜਾਂ ਵਾਕਈ ਇਹਨਾਂ ਦੀ ਮੁਲਕ ਦੀ ਆਰਥਿਕਤਾ ਗਤੀਵਿਧੀਆਂ ਨੂੰ ਸੰਚਾਲਨ ਦੇ ਵਿੱਚ ਕੋਈ ਭੂਮਿਕਾ ਹੈ? ਇਹ ਸਵਾਲ ਵੀ ਆਪਣੇ ਆਪ ਦੇ ਵਿੱਚ ਬੜਾ ਅਹਿਮ ਹੈ, ਕਿਉਂਕਿ ਪਿਛਲੇ ਸਮੇਂ 'ਚ ਇਹ ਵੀ ਇੱਕ ਸੱਚ ਹੈ ਕਿ ਕਰੋਨਾ ਵਾਇਰਸ ਕਰਕੇ ਜੋ ਮੁਲਕ ਭਰ ਵਿੱਚ ਤਾਲਾਬੰਦੀ ਲਾਗੂ ਹੋਈ, ਬਹੁਤ ਸਾਰੇ ਮੰਦਰ, ਪੁਰਾਤਨ ਅਤੇ ਇਤਿਹਾਸਿਕ ਮੰਦਰ ਨੇ, ਖਾਸ ਕਰਕੇ ਸਾਊਥ ਦੇ ਵਿੱਚ, ਜਿਨ੍ਹਾਂ ਦਾ ਚੜ੍ਹਾਵਾ ਦਿਨ ਕਰੋੜਾਂ ਤੱਕ ਹੁੰਦਾ ਸੀ,
ਉਹਨਾਂ ਮੰਦਰਾਂ ਦੇ ਵਿੱਚ ਵੀ ਆਰਥਿਕ ਸੰਕਟ ਆ ਗਿਆ ਔਰ ਕਈ ਮੰਦਰਾਂ ਨੇ ਆਪਣੇ ਰੋਜ਼ਮर्रा ਦੇ ਖਰਚੇ ਕੱਢਣ ਲਈ ਜਿਹੜਾ ਸਟਾਫ ਹੈ, ਪੁਜਾਰੀ ਜਾਂ ਹੋਰ ਜਿਹੜਾ ਅਮਲਾ ਫੈਲਾ ਤੈਨਾਤ ਕੀਤਾ ਗਿਆ, ਉਹਨਾਂ ਦੀਆਂ ਤਨਖਾਹਾਂ ਭੁਗਤਾਉਣ ਲਈ ਉਹਨਾਂ ਨੂੰ ਆਪਣੀ FD ਜਿਹੜੀ ਹੈਗੀ ਹੈ ਉਹ ਤੁੜਵਾਉਣੀ ਪਈ। ਸਾਡੇ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਵਿੱਚ ਚੱਲ ਰਹੇ ਗੁਰਦੁਆਰਿਆਂ ਦੇ ਵਿੱਚ ਵੀ ਇਹ ਸੰਕਟ ਕਿਸੇ ਨਾ ਕਿਸੇ ਰੂਪ 'ਚ ਦੇਖਣ ਨੂੰ ਮਿਲਿਆ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵੀ ਇਹ ਗੱਲ ਸਾਹਮਣੇ ਆਈ ਕਿ ਸ਼ਰਧਾਂਜਲੂਆਂ ਦੇ ਆਉਣ ਦੀ ਗਤੀ ਘਟਣ ਕਰਕੇ, ਸ਼ਰਧਾਂਜਲੂਆਂ ਦੀ ਘਾਟ ਕਰਕੇ ਚੜ੍ਹਾਵਾ ਲਗਾਤਾਰ ਘਟ ਰਿਹਾ ਔਰ ਆਰਥਿਕ ਸੰਕਟ ਖੜਾ ਹੋ ਗਿਆ। ਔਰ ਇਹ ਸਾਰੇ ਕੁਛ ਦਰਮਿਆਨ ਜੇ ਮੁਲਕ ਦੀ ਆਰਥਿਕਤਾ ਜਾਂ ਪੰਜਾਬ ਦੀ ਆਰਥਿਕਤਾ ਨੂੰ ਮੱਦੇ ਨਜ਼ਰ ਰੱਖਦਿਆਂ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਸਕਦੇ ਆ ਪੰਜਾਬ ਦੇ ਵਿੱਚ ਜਾਂ ਮੁਲਕ ਦੇ ਹੋਰ ਕਈ ਹਿੱਸਿਆਂ ਦੇ ਵਿੱਚ, ਤਾਂ ਉਦੋਂ ਇਹ ਮੰਗ ਵੀ ਉੱਠ ਖੜੀ ਜਾਂ ਉਠਾਈ ਗਈ ਕਿ ਫਿਰ ਧਾਰਮਿਕ ਅਦਾਰੇ ਕਿਉਂ ਬੰਦ ਰੱਖੇ ਜਾ ਸਕਦੇ, ਉਹ ਕਿਉਂ ਨਹੀਂ ਖੋਲ੍ਹੇ ਜਾ ਸਕਦੇ। ਸ਼ਾਇਦ ਇਸੇ ਗੱਲ ਦਾ ਹੀ ਦਬਾਅ ਦਾ ਸਿੱਟਾ ਸੀ ਕਿ ਹੁਣ ਇਹ ਫੈਸਲਾ ਲੈਣਾ ਪੈ ਗਿਆ ਕਿ ਧਾਰਮਿਕ ਜਿਹੜੇ ਹੈਗੇ ਆ ਅਦਾਰੇ ਵੀ ਖੋਲ੍ਹੇ ਜਾਣ ਔਰ ਅੱਜ ਉਹ ਧਾਰਮਿਕ ਅਦਾਰੇ ਖੋਲ੍ਹ ਦਿੱਤੇ ਗਏ ਨੇ। ਇਹ ਸਵਾਲ ਵੀ ਬੜਾ ਅਹਿਮ ਹੈ ਕਿ ਤਾਲਾਬੰਦੀ ਖੋਲ੍ਹਣ ਤੋਂ ਲੈ ਕੇ ਲਗਾਤਾਰ ਕਰੋਨਾ ਵਾਇਰਸ ਦੇ ਮਰੀਜ਼ਾਂ ਦੇ ਵਿੱਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਔਰ ਵਾਧਾ ਬੜੀ ਤੇਜ਼ੀ ਨਾਲ ਭਿਆਨਕ ਸਥਿਤੀ ਤੱਕ ਪਹੁੰਚਦਾ ਜਾ ਰਿਹਾ। ਅਤੇ ਇਸ ਸਥਿਤੀ ਦੇ ਵਿੱਚ ਜਿਹੜਾ ਤਾਲਾਬੰਦੀ ਖੋਲ੍ਹਣ ਦਾ ਜਿਹੜਾ ਸਵਾਲ ਹੈ, ਇਹਦੇ ਪਿੱਛੇ ਸਿਆਣਪ ਕੀ ਆ, ਰਣਨੀਤੀ ਕੀ ਹੈ, ਇਹ ਸਵਾਲਾਂ ਦੇ ਘੇਰੇ ਵਿੱਚ ਖੜਾ ਹੋਇਆ। ਸਵਾਲਾਂ ਦੇ ਘੇਰੇ ਵਿੱਚ ਤਾਂ ਇਹ ਵੀ ਖੜਾ ਹੋਇਆ, ਜੇ ਅੱਜ ਤਾਲਾਬੰਦੀ ਪੜਾਅ ਦਰ ਪੜਾਅ ਖੋਲ੍ਹਣ ਦਾ ਫੈਸਲਾ ਲਿਆ ਗਿਆ, ਜਿਹਨੂੰ ਸਲੋਤਾ ਵੀ ਮਿਲੀ ਹੈ ਕਿ ਤਾਲਾਬੰਦੀ ਵੀ ਇੱਕਦਮ ਕਰਨ ਦੀ ਬਜਾਏ ਪੜਾਅ ਦਰ ਪੜਾਅ ਨਹੀਂ ਕੀਤੀ ਜਾਣੀ ਚਾਹੀਦੀ ਸੀ। ਇਹ ਸਾਰੇ ਕੁਛ ਦੇ ਦਰਮਿਆਨ ਅੱਜ ਜਦੋਂ ਮੁਲਕ ਭਰ ਦੇ ਵਿੱਚ ਸ਼ਾਪਿੰਗ ਮਾਲ ਅਤੇ ਹੋਟਲ ਅਤੇ ਧਾਰਮਿਕ ਸਥਾਨ ਸ਼ਰਤਾਂ ਸਹਿਤ ਖੁੱਲ੍ਹ ਗਏ ਨੇ, ਤਾਂ ਆਸ ਕਰਨੀ ਚਾਹੀਦੀ ਹੈ ਕਿ ਜਿਹੜੇ ਸ਼ਰਧਾਂਜਲੂ ਧਾਰਮਿਕ ਸਥਾਨਾਂ 'ਚ ਜਾਣਗੇ, ਆਪਦੀ ਆਸਥਾ ਦੀ ਪੂਰਤੀ ਲਈ ਜਾਣਗੇ, ਨਤਮਸਤਕ ਹੋਣਗੇ, ਉੱਥੇ ਉਹ ਆਪਣੀ ਸਿਹਤ ਸੰਭਾਲ ਲਈ ਵੀ ਸੁਚੇਤ ਰਹਿਣਗੇ ਔਰ ਜੋ ਕਰੋਨਾ ਵਾਇਰਸ ਨੂੰ ਲਾਗ ਨੂੰ ਰੋਕਣ ਵਾਸਤੇ ਬੰਦਿਸ਼ਾਂ ਲਾਗੂ ਨੇ, ਮਸਲਨ ਤੌਰ 'ਤੇ ਆਪਣੇ ਰਵਾਇਤਾਂ ਗੁਰਦੁਆਰਿਆਂ ਦੇ ਵਿੱਚ ਕਿ ਨੰਗੇ ਪੈਰ ਜਦੋਂ ਦਾਖਲ ਹੋਈਦਾ ਉਦੋਂ ਪੈਰ ਸੁੱਚੇ ਕਰਨ ਲਈ, ਪੈਰ ਧੋਣ ਕਰਨ ਲਈ ਪੈਰ ਬਾਹਰ ਇੱਕ ਚਮੱਚਾ ਬਣਿਆ ਹੁੰਦਾ ਉਹਦੇ ਵਿੱਚ ਧੋ ਕੇ ਜਾਣਾ ਪੈਂਦਾ ਪੈਰ। ਇਹ ਵੀ ਜਿਹੜਾ ਪਾਣੀ ਹੈ ਲਾਗ ਫੈਲਾਉਣ ਦਾ ਕਾਰਨ ਬਣ ਸਕਦਾ। ਫਿਰ ਜਿਹੜੇ ਵਿਅਕਤੀ ਨੰਗੇ ਸਿਰ ਜਾਂਦੇ ਨੇ ਉਹਨਾਂ ਨੂੰ ਉੱਥੋਂ ਕੱਪੜਾ ਦਿੱਤਾ ਜਾਂਦਾ। ਇਸੇ ਤਰ੍ਹਾਂ ਹੋਰ ਕਈ ਰਵਾਇਤਾਂ ਨੇ। ਹਾਲਾਂਕਿ ਦਿੱਲੀ ਦੇ ਗੁਰਦੁਆਰਿਆਂ ਦੇ ਵਿੱਚ ਇਹ ਫੈਸਲਾ ਕਰ ਲਿਆ ਗਿਆ ਕਿ ਜਿਹੜਾ ਬੱਚੇ ਦਾ ਪਾਣੀ ਹੈ ਉਹ ਉਵੇਂ ਨਹੀਂ ਰਹੇਗਾ ਜਾਂ ਪਾਣੀ ਨਹੀਂ ਰੱਖਿਆ ਜਾਏਗਾ, ਦੂਜੇ ਪਾਸੇ ਕੋਈ ਕੱਪੜਾ ਨਹੀਂ ਦਿੱਤਾ ਜਾਏਗਾ। ਅਤੇ ਜਿੱਥੋਂ ਤੱਕ ਹੈਗਾ ਫਿਜ਼ੀਕਲ ਡਿਸਟੈਂਸ ਕਾਇਮ ਰੱਖਣ ਦੀ ਗੱਲ, ਉਹ ਵੀ ਰੱਖ ਦਿੱਤੀ ਗਈ ਹੈ। ਅਤੇ ਭੀੜ ਨੂੰ ਰੋਕਣ ਵਾਸਤੇ ਇੱਕ ਤੋਂ ਵੱਧ ਆਉਣ ਜਾਣ ਦੇ ਜਿਹੜੇ ਹੈਗੇ ਆ ਪੁਆਇੰਟ ਬਣਾਏ ਗਏ ਨੇ। ਜੇ ਇਹ ਸਾਰਾ ਕੁਛ ਰਹਿੰਦਾ ਤਾਂ ਯਕੀਨਨ ਰੂਪ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਲਾਗ ਤੋਂ ਬਚਾਅ ਹੋ ਸਕਦਾ। ਜਿੱਥੋਂ ਤੱਕ ਪ੍ਰਸ਼ਾਦ ਚੜਾਉਣ ਦਾ, ਪ੍ਰਸ਼ਾਦ ਵੰਡਣ ਦਾ, ਲੰਗਰ ਬਣਾਉਣ ਦਾ, ਲੰਗਰ ਵੰਡਣ ਦਾ ਸਵਾਲ ਹੈ, ਮੈਨੂੰ ਇਹ ਲੱਗ ਰਿਹਾ ਕਿ ਇਹ ਲੋਕਾਂ ਦੀ ਆਸਥਾ ਨਾਲ, ਲੋਕਾਂ ਦੀਆਂ ਧਾਰਮਿਕ ਰਹੁ ਰੀਤਾਂ ਨਾਲ ਨੇੜਿਓਂ ਜੁੜਿਆ ਹੋਇਆ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ ਔਰ ਇਹ ਸੰਵੇਦਨਸ਼ੀਲ ਮੁੱਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਧਾਰਮਿਕ ਸ਼ਰਧਾਂਜਲੂ ਨੇ ਉਹਨਾਂ ਲਈ ਜਿਹੜਾ ਨਾਰਾਜ਼ਗੀ ਦਾ ਮੁੱਦਾ ਬਣ ਸਕਦਾ। ਅਤੇ ਇਸ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ, ਡਿਪਟੀ ਕਮਿਸ਼ਨਰ ਨੂੰ ਚਾਹੀਦਾ ਕਿ ਇਹਨਾਂ ਜਿਹੜੇ ਧਾਰਮਿਕ ਸਥਾਨਾਂ ਦੇ ਪ੍ਰਬੰਧਕ ਕਮੇਟੀਆਂ ਨੇ, ਮੁਖੀ ਨੇ, ਉਹਨਾਂ ਨਾਲ ਬੈਠ ਕੇ ਇਹਦਾ ਕੋਈ ਰਸਤਾ ਕੱਢਿਆ ਜਾਣਾ ਚਾਹੀਦਾ ਔਰ ਦੱਸਿਆ ਜਾਣਾ ਚਾਹੀਦਾ ਕਿ ਇਹਦੇ ਨਾਲ ਆਹ ਸਮੱਸਿਆ ਆ ਸਕਦੀ ਹੈ ਅਤੇ ਜੇ ਇਹ ਸਮੱਸਿਆ ਆਉਂਦੀ ਹੈ ਤਾਂ ਇਹਨੂੰ ਕਿਵੇਂ ਹੱਲ ਕਰਨਾ ਚਾਹੀਦਾ। ਇਹਦੇ 'ਤੇ ਦੋਹੇਂ ਧਿਰਾਂ ਵਿਚਾਰ ਕੇ ਕੋਈ ਫੈਸਲਾ ਲੈ ਸਕਦੀਆਂ। ਫਿਲਹਾਲ ਉਮੀਦ ਕਰਨੀ ਚਾਹੀਦੀ ਹੈ ਕਿ ਇਹ ਜਿਹੜਾ ਅੱਜ
ਤਾਲਾਬੰਦੀ ਦਾ ਦੂਜਾ ਤਾਲਾਬੰਦੀ ਖੋਲ੍ਹਣ ਦਾ ਦੂਜਾ ਦੌਰ ਸ਼ੁਰੂ ਹੋਇਆ, ਉਹ ਸੁਖਾਵਾਂ ਸੰਦੇਸ਼ ਲੈ ਕੇ ਆਵੇ। ਔਰ ਜਿਹੜੀ ਕਰੋਨਾ ਵਾਇਰਸ ਦੀ ਲਾਗ ਕਾਰਨ ਫੈਲ ਰਹੀ ਦਹਿਸ਼ਤ ਹੈ, ਫੈਲ ਰਿਹਾ ਸਮਾਜਿਕ ਜਿਹੜਾ ਹੈਗਾ ਸਹਿਮ ਹੈ, ਉਹਨੂੰ ਰੋਕਣ ਦੇ ਵਿੱਚ ਸਹਾਈ ਹੋਵੇ। ਨਹੀਂ ਤਾਂ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਇਹ ਇੱਕ ਰੱਖਿਆ ਹੋਇਆ ਕਿ ਅਸੀਂ 15 ਤਰੀਕ ਨੂੰ ਇਹਦਾ ਰਿਵਿਊ ਕਰਾਂਗੇ। ਰਿਵਿਊ ਦਰਮਿਆਨ ਜੋ ਸਾਰੇ ਜਿਹੜੇ ਇਨਪੁਟਸ ਵੱਖ-ਵੱਖ ਥਾਵਾਂ ਤੋਂ ਆਏਗੀ, ਉਹਦੇ ਆਧਾਰ ਦੇ ਉੱਤੇ ਫਿਰ ਅੱਗੋਂ ਫੈਸਲਾ ਲਿਆ ਜਾਏਗਾ ਕਿ ਇਹ ਜਿਹੜੀ ਤਾਲਾਬੰਦੀ ਹੈ ਖੋਲ੍ਹੀ ਗਈ ਹੈ, ਇਹਦਾ ਰਾਹ ਹੋਰ ਮੋਕਲਾ ਰੱਖਣਾ ਜਾਂ ਫਿਰ ਇਹਨੂੰ ਸੀਮਿਤ ਕਰਨਾ ਹੈ। ਉਹਨਾਂ ਚਿਰ ਇਹ ਸਾਰੇ ਕੁਛ ਦੇ ਉੱਤੇ ਇੱਕ ਤਰ੍ਹਾਂ ਨਾਲ ਸ਼ਰਧਾਂਜਲੀਆਂ ਦੇ ਉੱਤੇ ਵੀ ਜ਼ਿੰਮੇਵਾਰੀ ਛੱਡ ਦਿੱਤੀ ਹੈ ਕਿ ਉਹ ਇਸ ਲਾਗ ਤੋਂ ਬਚਣ ਲਈ ਆਪ ਵੀ ਅੱਗੇ ਆਉਣ ਅਤੇ ਹੋਰਨਾਂ ਨੂੰ ਵੀ ਪ੍ਰੇਰਨ। ਇਸੇ ਤਰ੍ਹਾਂ ਸ਼ਾਪਿੰਗ ਮਾਲ ਦੇ ਵਿੱਚ ਵੀ ਕੁਛ ਪਾਬੰਦੀਆਂ ਲਾਈਆਂ ਨੇ, ਹੋਟਲ ਦੇ ਵਿੱਚ ਕੁਛ ਪਾਬੰਦੀਆਂ ਲਾਈਆਂ ਨੇ, ਟੋਕਨ ਸਿਸਟਮ ਲਾਗੂ ਕੀਤਾ ਗਿਆ। ਹੋਟਲ ਦੇ ਵਿੱਚ ਇਹ ਵੀ ਲਾਗੂ ਕੀਤਾ ਗਿਆ ਕਿ ਖਾਣਾ ਰੈਸਟੋਰੈਂਟ ਦੇ ਵਿੱਚ ਬੈਠ ਕੇ ਨਹੀਂ ਖਵਾਇਆ ਜਾਏਗਾ, ਜਿਹੜਾ ਰੂਮ ਟੂ ਰੂਮ ਸਰਵਿਸ ਕੀਤੀ ਜਾਏਗੀ ਜਾਂ ਹੋਮ ਡਿਲੀਵਰੀ ਕੀਤੀ ਜਾਏਗੀ। ਸ਼ਾਪਿੰਗ ਮਾਲ ਦੇ ਵਿੱਚ ਵੀ ਟੋਕਨ ਸਿਸਟਮ ਲਾਗੂ ਕਰਦਿਆਂ ਜਿਹੜੀ ਫਿਜ਼ੀਕਲ ਡਿਸਟੈਂਸ ਨੂੰ ਮੇਨਟੇਨ ਕਰਨ ਦੇ ਬਹੁਤ ਸਾਰੇ ਜਿਹੜੇ ਮੇਜਰਮੈਂਟ ਲਾਗੂ ਕੀਤੇ ਗਏ ਨੇ, ਕਿਉਂਕਿ ਇਹ ਗੱਲ ਤਾਂ ਸਾਫ਼ ਹੈ ਕਿ ਤਾਲਾਬੰਦੀ ਲੰਮੇ ਸਮੇਂ ਤੱਕ ਲਾਗੂ ਨਹੀਂ ਕੀਤੀ ਜਾ ਸਕਦੀ। ਇੱਕ ਨਾ ਇੱਕ ਸਟੇਜ ਦੇ ਉੱਤੇ ਇਹਨੂੰ ਖੋਲ੍ਹਣਾ ਪੈਣਾ ਹੀ ਹੈ ਅਤੇ ਉਹ ਹੁਣ ਖੋਲ੍ਹੇ ਜਾ ਰਹੇ ਆ। ਇਹ ਸਾਰੇ ਕੁਛ ਦੇ ਵਿੱਚ ਉਮੀਦ ਕਰਦੇ ਹਾਂ ਕਿ ਸੁਖਾਵੇਂ ਜਿਹੜੇ ਅੰਕੜਿਆਂ ਵਿੱਚ ਮੋੜ ਆਏਗਾ ਔਰ ਜਲਦੀ ਅਸੀਂ ਇਸ ਲਾਗ ਦੇ ਸਹਿਮ ਤੋਂ ਮੁਕਤ ਹੋਵਾਂਗੇ ਔਰ ਪਹਿਲਾਂ ਵਾਂਗ ਜਿਹੜੀ ਸਾਡੀ ਜ਼ਿੰਦਗੀ ਦੀ ਸਾਵੀਂ ਪੱਧਰੀ ਤੌਰ ਹੈ ਉਹ ਬਹਾਲ ਹੋ ਸਕੇਗੀ। ਇਜਾਜ਼ਤ ਚਾਹੁੰਦਾ ਹਾਂ, ਇਜਾਜ਼ਤ ਦਿਓ, ਆਗਿਆ ਦਿਓ। ਧੰਨਵਾਦ। ਆਪਣਾ ਖਿਆਲ ਰੱਖਿਓ, ਆਪਣੇ ਪਰਿਵਾਰ ਦਾ ਖਿਆਲ ਰੱਖਿਓ ਔਰ ਜਿਹੜੇ ਸਮਾਜਿਕ ਸਾਂਝ ਬਣਾ ਕੇ ਰੱਖਿਓ। ਫਿਜ਼ੀਕਲ ਡਿਸਟੈਂਸ ਜਿਹੜੀ ਹੈ ਉਹ ਵੀ ਵਧਾ ਕੇ ਰੱਖਿਓ ਕਿਉਂਕਿ ਇਹ ਜ਼ਰੂਰੀ ਹੈ। ਅਤੇ ਜ਼ਿੰਦਗੀ ਜ਼ਿੰਦਾਬਾਦ। ਜੋ ਮੈਂ ਤੁਹਾਡੇ ਨਾਲ ਇਹ ਲੜੀ ਸ਼ੁਰੂ ਕੀਤੀ ਹੈ ਵੱਖ-ਵੱਖ ਮੁੱਦਿਆਂ 'ਤੇ ਕੋਈ ਸੰਵਾਦ ਰਚਾਉਣ ਦੀ, ਤੁਹਾਨੂੰ ਚੰਗੀ ਲੱਗਦੀ ਹੈ ਤਾਂ ਲਾਈਕ ਕਰਿਓ, ਸ਼ੇਅਰ ਕਰਿਓ ਔਰ ਜਿਹੜਾ ਚੈਨਲ ਇਹਨੂੰ ਸਬਸਕ੍ਰਾਈਬ ਵੀ ਕਰਿਓ। ਆਪਣੀ ਰਾਏ ਕਮੈਂਟਸ ਦੇ ਰੂਪ ਦੇ ਵਿੱਚ ਵੀ ਦੇ ਸਕਦੇ ਹੋ ਔਰ ਤੁਹਾਡੇ ਜਿਹੜੇ ਕਮੈਂਟਸ ਨੇ ਮੈਨੂੰ ਮੁੱਦਿਆਂ ਪ੍ਰਤੀ ਹੋਰ ਸੁਚੇਤ ਹੋਣ ਲਈ, ਮੁੱਦਿਆਂ ਦੀ ਚੋਣ ਕਰਨ ਲਈ ਮੇਰੇ ਰਹਿਨੁਮਾਈ ਕਰਨਗੇ। ਸੋ ਕਮੈਂਟਸ ਕਰਨਾ ਪਲੀਜ਼। ਧੰਨਵਾਦ, ਮਿਹਰਬਾਨੀ।